ਸੰਬੋਧਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਗੁਰਬਾਣੀ ਵਿੱਚ ਸਤਿਗੁਰਾਂ ਨੇ ਬਹੁਤਾਤ ਸ਼ਬਦ ਜਿਹੜੇ ਨੇ ਇਹ ਮਨ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਉਚਾਰਨ ਕੀਤੇ ਨੇ, ਕਿਉਂਕਿ ਇਹ ਮਨ ਹੀ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ। ਮਨ ਦੇ ਨਾਲ ਹੀ ਝਗੜਾ ਕਰਨਾ ਹੈ ਤੇ ਮਨ ਦੇ ਨਾਲ ਹੀ ਸਮਝੌਤਾ ਕਰਨਾ ਹੈ। ਸੁਣ ਮਨ ਸੀਖ ਸਾਧੂ ਜਨ ਸਗਲੋ, ਤੇਰ ਸਗਲੋ ਪ੍ਰਾਸ਼ਤ ਮਿਟਿਓ ਰੇ। ਭਗਤ ਜੀ ਕਹਿੰਦੇ ਐ ਮਨ ਸੁਣ, ਸਿੱਖਿਆ ਸੁਣ। ਕਿਹਨਾਂ ਦੀ? ਸਾਧੂ ਸਤਿਗੁਰੂ ਦੀ ਸਿੱਖਿਆ ਸੁਣ, ਗੁਰੂ ਪਿਆਰਿਆਂ ਦੀ ਸਿੱਖਿਆ ਸੁਣ। ਤੇਰੇ ਸਾਰੇ ਜਨਮ ਜਨਮਾਤਰਾਂ ਦੇ ਪਾਪ ਮਿਟ ਜਾਣਗੇ। ਤੇਰੇ ਜਨਮ ਜਨਮਾਤਰਾਂ ਦੇ ਪਾਪਾਂ ਦੀ ਨਿਵਰਤੀ ਹੋ ਜਾਏਗੀ ਜੇ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ ਲਵੇਂਗਾ। ਦਰਅਸਲ ਮਨ ਹੈ ਕੀ? ਵਿਦਵਾਨਾਂ ਨੇ ਵਿਦਾਂਤ ਦੇ ਵਿੱਚ, ਗ੍ਰੰਥਾਂ ਦੇ ਵਿੱਚ ਚਾਰ ਸ਼ਕਤੀਆਂ ਦਾ ਜ਼ਿਕਰ ਕੀਤਾ ਹੈ। ਮਨ, ਬੁੱਧ, ਚਿੱਤ, ਅਹੰਕਾਰ। ਇਹ ਚਾਰੇ ਸ਼ਕਤੀਆਂ ਦਾ ਮਜਮੂਆ ਮਨ ਹੈ। ਇਹ ਕਦੇ ਮਨ ਬਣਦਾ ਹੈ, ਕਦੇ ਬੁੱਧ ਬਣਦਾ ਹੈ, ਕਦੇ ਚਿੱਤ ਦੇ ਵਿੱਚ ਚਿੰਤਨ ਕਰਦਾ ਹੈ ਤੇ ਕਦੇ ਹੰਗਤਾ ਦੇ ਵਿੱਚ ਪਰਵਿਰਤ ਹੋ ਜਾਂਦਾ ਹੈ। ਵਿਦਵਾਨਾਂ ਨੇ ਇਹ ਮਨ ਤੇ ਉਨਮਨ ਵੀ ਕਿਹਾ ਹੈ, ਸੁਚੇਤ ਮਨ, ਅਚੇਤ ਮਨ ਵੀ ਕਿਹਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ ਕਿ ਹੇ ਮੇਰੇ ਮਨ, ਕਿ ਐ ਮੇਰੇ ਮਨ, ਹੇ ਮੇਰੇ ਮਨ ਸੁਣ। ਮਨ ਨੂੰ ਸੁਣਾਉਣਾ ਹੈ। ਦਰਅਸਲ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਸਾਡੇ ਮਨ ਤੱਕ ਉਸ ਦੀ ਪਹੁੰਚ ਨਹੀਂ ਪੈਂਦੀ ਹੈ। ਕੰਨਾਂ ਨਾਲ ਹੀ ਸੁਣਨੇ ਨੇ ਆ, ਦੂਸਰੇ ਕੰਨ ਰਾਹੀਂ ਕੱਢ ਦਿੰਦੇ ਆ। ਰਸਨਾ ਤੋਂ ਬੋਲਦੇ ਆ ਪਰ ਅੰਤਰ ਆਤਮਾ ਉਸ ਦੀ ਰਸਾਈ ਨਹੀਂ ਹੁੰਦੀ, ਮਨ ਤੱਕ ਪਹੁੰਚਦਾ ਹੀ ਨਹੀਂ ਹੈ। ਇਸ ਲਈ ਸਤਿਗੁਰਾਂ ਨੇ ਗੁਰਬਾਣੀ ਵਿੱਚ ਬੇਅੰਤ ਸ਼ਬਦ ਮਨ ਦੇ ਪਰਥਾਏ ਉਚਾਰਨ ਕੀਤੇ ਨੇ। ਮਨ ਨੂੰ ਖੁੱਟਹਰ ਕਿਹਾ ਹੈ। ਵਿਦਾਂਤ ਨੇ ਮਨ ਨੂੰ ਇੱਕ ਬਾਂਦਰ ਦੀ ਤਸ਼ਬੀਹ ਦਿੱਤੀ ਹੈ ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਇਨ ਮਨ ਉਨ ਮਨ। ਇਨ ਮਨ ਉਹ ਹੈ ਮਨ ਜਿਹੜਾ ਪਦਾਰਥਾਂ ਦੇ ਵਿੱਚ ਖੱਚਤ ਹੋਇਆ ਹੈ। ਧਨ ਚਾਹੀਦਾ ਹੈ, ਪਦਾਰਥ ਚਾਹੀਦੇ ਨੇ, ਪਰਿਵਾਰ ਚਾਹੀਦਾ ਹੈ, ਸੰਪਤੀ ਚਾਹੀਦੀ ਹੈ, ਪ੍ਰਭਤਾ ਚਾਹੀਦੀ ਹੈ। ਬੇਅੰਤ ਖਾਸ਼ਾਂ ਦੇ ਵਿੱਚ ਭਰਿਆ ਹੋਇਆ ਮਨ ਜਿਹੜਾ ਸੁਨਿਆਰੀ ਪਦਾਰਥਾਂ ਨਾਲ ਜੁੜਿਆ ਹੈ। ਉਨਮਨ ਉਹ ਮਨ ਹੈ ਜਿਹੜਾ ਪਦਾਰਥਾਂ ਤੋਂ ਉੱਪਰ ਉੱਠ ਜਾਂਦਾ ਹੈ, ਜਿਹੜਾ ਪਦਾਰਥਾਂ ਦੀ ਪਕੜ ਤੋਂ ਰਹਿਤ ਹੋ ਜਾਂਦਾ ਹੈ। ਇਹ ਨਹੀਂ ਕਿ ਉਸਦੇ ਕੋਲ ਪਦਾਰਥ ਨਹੀਂ, ਉਸਦੇ ਕੋਲ ਪਰਿਵਾਰ ਨਹੀਂ, ਉਸਦੇ ਕੋਲ ਕਾਰੋਬਾਰ ਨਹੀਂ, ਹੈ ਸਭ ਕੁਝ ਉਸਦੇ ਪਾਸ, ਪਰ ਉਹ ਸਮਝਦਾ ਹੈ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰੇ ਮਾਲਿਕ ਕੇ ਪਰਿਵਾਰ ਵੀ ਮੇਰਾ ਨਹੀਂ, ਕਾਰੋਬਾਰ ਵੀ ਤੇਰਾ ਨਹੀਂ, ਇਹ ਬਲਕਿ ਸਰੀਰ ਵੀ ਮੇਰਾ ਨਹੀਂ ਹੈ, ਮੇਰਾ ਤੇ ਕੁਝ ਵੀ ਨਹੀਂ। ਤੇ ਜਦੋਂ ਆਪਣਾ ਕੁਝ ਹੈ ਹੀ ਨਹੀਂ, ਫਿਰ ਚਿੰਤਾ ਕਿਸ ਗੱਲ ਦੀ ਹੋਵੇਗੀ, ਫਿਰ ਝੋਰਾ ਕਿਸ ਗੱਲ ਦਾ ਹੋਵੇਗਾ। ਪਦਾਰਥਾਂ ਤੋਂ ਉੱਚੀ ਉੱਠੀ ਬਿਰਤੀ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ। ਪਰਮਾਤਮਾ ਤੱਕ ਪਹੁੰਚਦੀ ਬਿਰਤੀ ਫਿਰ ਪਰਮਾਤਮਾ ਦਾ ਸਰੂਪ ਹੀ ਹੋ ਜਾਂਦੀ ਹੈ। ਕ੍ਰਿਸ਼ਨ ਨੇ ਅਰਜਨ ਨੂੰ ਇੱਕ ਉਪਦੇਸ਼ ਦਿੱਤਾ ਸੀ। ਅਰਜਨ ਨੇ ਕਿਹਾ, ਐ ਭਗਵਾਨ, ਇਹ ਮਨ ਇਸਤਤ ਕਿਉਂ ਨਹੀਂ ਹੁੰਦਾ ਹੈ, ਮਨ ਟਿਕਦਾ ਕਿਉਂ ਨਹੀਂ?
ਤੇ ਕ੍ਰਿਸ਼ਨ ਨੇ ਕਿਹਾ, ਐ ਅਰਜਨ, ਇਸ ਮਨ ਨੂੰ ਹਮੇਸ਼ਾ ਗੁਰਪ੍ਰਸਾਦ ਦੇ ਵਿੱਚ ਰੱਖ, ਹਮੇਸ਼ਾ ਮਨ ਨੂੰ ਪ੍ਰਸੰਨ ਰੱਖ, ਹਮੇਸ਼ਾ ਮਨ ਤੇਰਾ ਪ੍ਰਸੰਨਤਾ ਦੇ ਵਿੱਚ ਹੋਵੇ, ਪਦਾਰਥਾਂ ਦੀ ਚਿੰਤਾ ਵਿੱਚ ਨਾ ਹੋਵੇ, ਪਰਿਵਾਰ ਦੀ ਚਿੰਤਾ ਵਿੱਚ ਨਾ ਹੋਵੇ। ਕਿਉਂਕਿ ਸਾਹਿਬ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਿੱਥੇ ਆਪ ਜੀ ਸੱਜ ਬੈਠੇ ਹੋ, ਨੌਵੇਂ ਨਿਰੰਕਾਰੀ ਦੇ ਇਹ ਪਾਵਨ ਬਚਨ ਨੇ। ਚਿੰਤਾ ਤੇ ਤਾਂ ਕਰੀਏ ਨਾ ਜੇ ਕੋਈ ਆਪਣਾ ਹੋਵੇ ਜੋ ਅਨਹੋਣੀ ਹੋਵੇ, ਫਿਰ ਮਨ ਨੂੰ ਸਮਝਾਈਏ ਕਿਵੇਂ? ਤੇ ਸਿਆਣਿਆਂ ਨੇ ਬੜੇ ਸੁੰਦਰ ਬਚਨ ਕਹੇ ਨੇ, ਬੜਾ ਸੁੰਦਰ ਢੰਗ ਤਰੀਕਾ ਦੱਸਿਆ। ਕਹਿੰਦੇ, ਐ ਇਨਸਾਨ, ਐ ਮਨੁੱਖ, ਇਕਾਂਤ ਵਿੱਚ ਬੈਠ ਜਾ। ਕਿਸੇ ਇਕਾਂਤ ਵਿੱਚ ਬੈਠ ਕੇ ਮਨ ਦੇ ਫੁਰਨਿਆਂ ਦੇ ਵੱਲੇ ਖਿਆਲ ਕਰ, ਕਿਉਂਕਿ ਮਨ ਵਿੱਚੋਂ ਫੁਰਨੇ ਨਿਕਲਦੇ ਨੇ। ਦਰਅਸਲ ਮਨ ਹੈ ਹੀ ਫੁਰਨਿਆਂ ਦਾ ਮੁਜੱਸਮਾ, ਫੁਰਨਿਆਂ ਦਾ ਕਾਰਨ ਹੀ ਮਨ ਹੈ। ਅਸੀਂ ਸੰਗਤ ਵਿੱਚ ਬੈਠਿਆਂ, ਫੁਰਨੇ ਪਤਾ ਨਹੀਂ ਕਿੱਥੇ ਦੇ ਕਿੱਥੇ ਸਾਨੂੰ ਲੈ ਕੇ ਚਲੇ ਗਏ ਨੇ, ਤੇ ਜਿੱਥੇ ਜਿੱਥੇ ਫੁਰਨੇ ਨੇ ਮਨ ਉਹਨਾਂ ਦੇ ਪਿੱਛੇ ਦੌੜਦਾ ਹੈ। ਮੈਂ ਪਹਿਲੋਂ ਬੇਨਤੀ ਕੀਤੀ ਹੈ, ਖਿਨ ਮੈਂ 4 ਕੁੰਟ ਉੱਠ ਧਾਵੈ, ਇੱਕ ਛਿਨ ਮਾਤਰ ਵਿੱਚ ਮਨ 4 ਕੁੰਟਾਂ ਦਾ ਚੱਕਰ ਲਾ ਆਉਂਦਾ ਹੈ। ਇਹ ਮਨ ਦੀ ਜਿਹੜੀ ਗਤੀ ਹੈ ਨਾ, ਇਹ ਲਾਈਟ ਤੋਂ ਵੀ ਤੇਜ਼ ਗਤੀ ਆ, ਤੇ ਲਾਈਟ ਵੀ ਉਤਨੀ ਜਲਦੀ ਨਹੀਂ ਪਹੁੰਚਦੀ ਜਿਤਨਾ ਚਿਰ ਮਨ ਪਹੁੰਚ ਜਾਂਦਾ ਹੈ। ਕਹਿੰਦੇ ਫਿਰ ਇਕਾਂਤ ਵਿੱਚ ਬੈਠ, ਇਕਾਂਤ ਵਿੱਚ ਬੈਠ ਕੇ ਮਨ ਦੇ ਫੁਰਨਿਆਂ ਦਾ ਵਿਸ਼ਲੇਸ਼ਣ ਕਰ, ਲਿਖ ਲੈ ਮਨ ਕੀ ਚਾਹੁੰਦਾ ਹੈ। ਪਦਾਰਥ ਚਾਹੁੰਦਾ ਹੈ, ਪਰਿਵਾਰ ਚਾਹੁੰਦਾ ਹੈ, ਪਰਾਏ ਧਨ ਨੂੰ ਚਾਹੁੰਦਾ ਹੈ, ਪਰਾਏ ਧਨ ਨੂੰ ਚਾਹੁੰਦਾ ਹੈ, ਇਹ ਪ੍ਰਭਤਾ ਚਾਹੁੰਦਾ ਹੈ। ਜੋ ਕੁਝ ਚਾਹੁੰਦਾ ਹੈ ਉਹ ਆਪਣਾ ਨੋਟ ਕਰ ਲੈ, ਤੇ ਜਦੋਂ ਤੂੰ ਮਨ ਦੇ ਫੁਰਨਿਆਂ ਨੂੰ ਨੋਟ ਕਰ ਲਵੇਂਗਾ ਨਾ, ਫਿਰ ਇੱਕ ਗੱਲ ਕਰੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੇ ਧਿਆਨ ਕਰੀ। ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਕਹਿੰਦੇ ਨੇ ਪਾਵਨ ਪਵਿੱਤਰ ਗੁਰਬਾਣੀ ਵਿੱਚ? ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਐ ਭੁੱਲੇ ਮਨ, ਕਪਟ ਨਾ ਕਰ, ਇਹ ਤੇਥੋਂ ਲਿਆ ਲੇਖਾ ਲਿਆ ਜਾਣਾ ਹੈ। ਅੰਤ ਨਬੇੜਾ ਤੇਰੇ ਜੀ ਪਹਿ ਲੀਜੈ, ਤੇਥੋਂ ਅੰਤ ਦੇ ਸਮੇਂ ਨਬੇੜਾ ਕੀਤਾ ਜਾਣਾ ਹੈ। ਕਿਉਂਕਿ ਉੱਥੇ ਤੇਰੀ ਕੋਈ ਸਿਫਾਰਿਸ਼ ਕਰਨ ਵਾਲਾ ਨਹੀਂ ਹੋਏਗਾ, ਉੱਥੇ ਤੇਰੀ ਕੋਈ ਹਾਮੀ ਭਰਨ ਵਾਲਾ ਨਹੀਂ ਹੋਏਗਾ। ਇਸ ਲਈ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ। ਜਦੋਂ ਮਨ ਸ਼ਬਦ ਦੇ ਨਾਲ ਜੁੜ ਜਾਏਗਾ ਨਾ, ਫਿਰ ਸਤਿਗੁਰਾਂ ਦੀ ਐਸੀ ਰਹਿਮਤ ਹੋਵੇਗੀ, ਐਸੀ ਬਖਸ਼ਿਸ਼ ਹੋਵੇਗੀ, ਜੋ ਸਾਹਿਬ ਤੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੇ ਨਾਨਕ ਨਿਰੰਕਾਰੀ ਜੀ ਬਖਸ਼ਿਸ਼ ਕਰਦੇ ਨੇ। ਸੁਣ ਮਨ, ਹੇ ਮੇਰੇ ਮਨ ਸੁਣ। ਕੀ ਸੁਣ? ਮਨ ਵਸਾਏ, ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਉਣਾ ਕਰ। ਗੁਰਬਾਣੀ ਜਿਹੜੀ ਹੈ ਨਾ, ਇਹ ਬਹੁਤ ਧਿਆਨ ਦੇ ਨਾਲ ਪੜ੍ਹਨ ਦਾ ਵਿਸ਼ਾ। ਇਹ ਨਹੀਂ ਕਿ ਐਵੇਂ ਪੜ੍ਹੀ ਜਾਣੀ ਹੈ ਬਾਣੀ, ਕਿਉਂਕਿ ਜਦੋਂ ਅਸੀਂ ਬੇਧਿਆਨੀ ਵਿੱਚ ਬਾਣੀ ਪੜ੍ਹਦੇ ਹਾਂ ਨਾ, ਵੱਖਰੀ ਗੱਲ ਹੈ ਸੁਤੇ ਸਿੱਧ ਕੋਈ ਗਲਤੀ ਹੋ ਜਾਏ, ਉਹ ਵੱਖਰੀ ਗੱਲ ਹੈ, ਪਰ ਬੇਧਿਆਨੀ ਵਿੱਚ ਗਲਤੀਆਂ ਕਰੀ ਜਾਈਏ ਉਹ ਫਿਰ ਮੁਆਫੀ ਨਹੀਂ ਮਿਲਦੀ ਹੈ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ
एक बड़ी प्यारी गल बचन कहे ने, जैसे लग मात्राहीन पढ़त और को और, पिता पूत पूत पिता सम कर जानी है। जब ਅਸੀਂ ਲਗਾ ਮਾਤਰਾ ਤੋਂ ਬਿਨਾਂ ਪੜ੍ਹਦੇ ਆ ਨਾ ਗੁਰਬਾਣੀ, ਪਿਤਾ ਨੂੰ ਪੁੱਤਰ ਬਣਾ ਦਿੰਦੇ ਆ ਤੇ ਪੁੱਤਰ ਨੂੰ ਪਿਤਾ ਬਣਾ ਦਿੰਦੇ ਆ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤੀ ਸਰੂਪ ਲੈ ਕੇ ਉੱਤਰ ਪ੍ਰਗਟ ਹੋਏ। ਤੇ ਜਦੋਂ ਅਸੀਂ ਖਿਆਲ ਨਹੀਂ ਕਰਦੇ, ਪੰਚਮ ਪਾਤਸ਼ਾਹ ਨੂੰ ਪਿਤਾ ਦੀ ਜਗ੍ਹਾ ਤੇ ਗੁਰੂ ਰਾਮਦਾਸ ਜੀ ਨੂੰ ਪੁੱਤਰ ਦੀ ਜਗ੍ਹਾ ਉਚਾਰਨ ਕਰ ਦਿੰਦੇ ਆ ਬੇਧਿਆਨੀ ਵਿੱਚ। ਆਪ ਜੀ ਜਪਜੀ ਸਾਹਿਬ ਜੀ ਪੜ੍ਹਦੇ ਹੋ ਰੋਜ਼ਾਨਾ, ਬਾਣੀ ਦਾ ਨਾਮ ਜਪ ਹੈ ਜੀ, ਆਦਰਵਾਚੀ ਸ਼ਬਦ ਹੈ ਜਪ ਜੀ ਸਾਹਿਬ। ਉਹਦੇ ਵਿੱਚ ਵੀ ਸਤਿਗੁਰਾਂ ਨੇ ਇਹ 4 ਪੌੜੀਆਂ ਉਚਾਰਨ ਕੀਤੀਆਂ ਨੇ, ਜਿਹਦੇ ਵਿੱਚ ਬੜਾ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜੇ ਕੋ ਮਨ ਜਾਣੇ ਮਨ ਕੋਏ, ਅਸੀਂ ਉਚਾਰਨ ਇੱਕੋ ਜਿਹਾ ਹੀ ਕਰ ਦਿੰਦੇ ਹਾਂ, ਪਰ ਪਹਿਲਾ ਮਨ ਜਿਹੜਾ ਮੰਮਾ ਨੰਨਾ ਮੁਕਤਾ ਹੈ ਤੇ ਦੂਜਾ ਮਨ ਨੰਨੇ ਦੇ ਸਿਹਾਰੀ ਹੈ। ਪਹਿਲਾ ਸ਼ਬਦ ਮਨ, ਹੇ ਮਨ, ਤੇ ਨੰਨੇ ਦੇ ਜਿੱਥੇ ਵੀ ਸਿਹਾਰੀ ਆਵੇਗੀ ਨਾ, ਉਹਦਾ ਭਾਵ ਹੈ ਮੰਨਣ ਤੋਂ, ਉਹਦਾ ਭਾਵ ਹੈ ਗ੍ਰਹਿਣ ਕਰਨ ਤੋਂ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੁਣ ਮਨ ਮਨ ਵਸਾਏ ਤੂੰ। ਹੇ ਮਨ ਸੁਣ, ਤੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਵਸਾਉਣਾ ਕਰ, ਆਪਣੇ ਮਨ ਵਿੱਚ ਧਾਰਨ ਕਰ। ਤੇ ਜਿਤਨਾ ਚਿਰ ਧਾਰਨ ਨਹੀਂ ਕਰਾਂਗੇ, ਉਤਨਾ ਚਿਰ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੋਵੇਗਾ। ਅਸੀਂ ਰੋਜ਼ਾਨਾ ਸੁਣਦੇ ਹਾਂ ਗੁਰਬਾਣੀ, ਰੋਜ਼ਾਨਾ ਪੜ੍ਹਦੇ ਹਾਂ ਗੁਰਬਾਣੀ। ਪੜ੍ਹਨ ਵਾਲੇ ਵੀ ਤੇ ਸੁਣਾਉਣ ਵਾਲੇ, ਪਨਾਲਾ ਸਾਰਿਆਂ ਦਾ ਉੱਥੇ ਦਾ ਉੱਥੇ ਹੀ ਹੈ, ਕਿਉਂਕਿ ਮੰਨਿਆ ਨਹੀਂ ਨਾ, ਮਨ ਵਿੱਚ ਧਾਰਨ ਨਹੀਂ ਕੀਤਾ ਹੈ। ਮੇਰੇ ਵਰਗੇ ਨੇ ਸੁਣਾ ਦਿੱਤਾ ਹੈ, ਤੁਸੀਂ ਸੁਣ ਲਿਆ ਹੈ, ਪਰ ਗੁਰੂ ਦਾ ਉਪਦੇਸ਼ ਤੇ ਮੰਨਿਆ ਹੀ ਨਹੀਂ ਹੈ। ਤੇ ਗੁਰਮਤਿ ਦਾ ਸਿਧਾਂਤ ਤੇ ਮੰਨਣ ਦਾ ਹੈ, ਗੁਰਮਤਿ ਦਾ ਸਿਧਾਂਤ ਗ੍ਰਹਿਣ ਕਰਨ ਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ, ਹੇ ਮਨ, ਤੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਮੰਨਣਾ ਕਰ, ਧਾਰਨ ਕਰ। ਫਿਰ ਕੀ ਹੋਏਗਾ? ਆਪੇ ਆਏ ਮਿਲੇ ਮੇਰੇ ਭਾਈ। ਹੇ ਮੇਰੇ ਭਾਈ, ਉਹ ਮਾਲਕ ਨਾਨਕ ਨਿਰੰਕਾਰੀ, ਨਿਰੰਕਾਰ ਬ੍ਰਹਮ ਸਰੂਪ ਆਪੇ ਹੀ ਆ ਕੇ ਤੈਨੂੰ ਮਿਲ ਪਵੇਗਾ, ਆਪਣੇ ਆਪ ਹੀ ਉਸ ਦੀ ਪ੍ਰਾਪਤੀ ਹੋ ਜਾਏਗੀ। ਪਿਤਾ ਨੇ ਆਵਾਜ਼ ਦਿੱਤੀ, ਪੁੱਤਰ ਨੇ ਆਵਾਜ਼ ਸੁਣੀ, ਪਰ ਸੁਣੀ ਅਨਸੁਣੀ ਕਰ ਦਿੱਤੀ ਹੈ। ਉਸ ਗੱਲ ਵੱਲ ਧਿਆਨ ਨਹੀਂ ਕੀਤਾ ਕਿ ਉਹ ਪਿਤਾ ਪੁੱਤਰ ਨੂੰ ਆਪਣਾ ਪਿਆਰ ਦੇਵੇਗਾ, ਆਪਣੀ ਗੋਦ ਦੇਵੇਗਾ, ਬਿਲਕੁਲ ਨਹੀਂ। ਤੇ ਜਿਹੜਾ ਬੱਚਾ ਆਪਣੇ ਪਿਤਾ ਦੀ ਗੱਲ ਮੰਨ ਲੈਂਦਾ ਹੈ ਨਾ, ਉਹਦੇ ਤੇ ਧਿਆਨ ਦੇ ਦਿੰਦਾ ਹੈ, ਉਹ ਕਾਰਜ ਕਰਕੇ ਦੌੜ ਕੇ ਆਉਂਦਾ ਹੈ, ਪਿਤਾ ਦੀ ਗੋਦ ਵਿੱਚ ਬੈਠ ਜਾਂਦਾ ਹੈ ਤੇ ਪਿਤਾ ਪਿਆਰ ਦਿੰਦਾ ਹੈ, ਕਿਉਂਕਿ ਇਸਨੇ ਗੱਲ ਨੂੰ ਮੰਨ ਲਿਆ, ਸਵੀਕਾਰ ਕਰ ਲਿਆ। ਸਾਹਿਬ ਕਹਿੰਦੇ, ਜਦੋਂ ਤੂੰ ਆਪਣੇ ਮਨ ਵਿੱਚ ਗੁਰੂ ਦਾ ਉਪਦੇਸ਼ ਮੰਨ ਲਵੇਂਗਾ, ਧਾਰਨ ਕਰ ਲਵੇਂਗਾ, ਕਮਾ ਲਵੇਂਗਾ, ਉਹ ਮਾਲਕ ਨਿਰੰਕਾਰੀ ਪ੍ਰਭੂ, ਹੇ ਭਾਈ, ਤੈਨੂੰ ਆਪੇ ਆ ਕੇ ਮਿਲ ਪਵੇਗਾ। ਉਸ ਨੂੰ ਢੂੰਡਣ ਦੀ ਕਿਤੇ ਲੋੜ ਨਹੀਂ। ਗੁਰ ਘਰ ਹੀ ਮਾਹੀ ਦਿਖਾਇਆ ਥਾ। ਉਹ ਤੇ ਗੁਰੂ ਆਪਣੇ ਸੋਏ ਸਰੂਪ ਰੂਪੀ ਘਰ ਵਿੱਚ ਹੀ ਉਸ ਦੇ ਦੀਦਾਰ ਹੋ ਗਏ ਨੇ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਪੀ ਸਦਾ ਅਲੇਖਾ, ਤੋਹੀ ਸੰਗ ਸਮਾਈ। ਉਹ ਸਾਰੇ ਵਿਆਪਿਆ ਹੋਇਆ, ਉਹ ਤਾਂ ਤੇਰੇ ਨਾਲ ਹੈ, ਪਰ ਤੂੰ ਉਹਨੂੰ ਜਾਣਿਆ ਨਹੀਂ ਹੈ, ਉਹਨੂੰ ਮੰਨਿਆ ਨਹੀਂ ਹੈ।
हे ਭਾਈ ਆਪਣੇ ਆਪ ਗੁਰੂ ਤੈਨੂੰ ਆ ਕੇ ਮਿਲੇਗਾ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਤੇ ਹਰ ਜਗ੍ਹਾ ਦੇ ਉੱਤੇ ਹੈ, ਹਰ ਰਗੋ ਰੇਸ਼ੇ ਦੇ ਵਿੱਚ ਸਮਾਇਆ ਹੋਇਆ ਹੈ। ਨਹੀਂ ਜਾਣ ਜਾਈ ਕਸ਼ੋ ਰੂਪ ਰੇਖੰ, ਕਹਾਂ ਬਾਸਤਾਂ ਕਹਿ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹੇ ਮੂੰਹ ਨ ਆਵੇ। ਉਹ ਤੇ ਕਹਿਣ ਦੇ ਵਿੱਚ ਹੈ ਹੀ ਨਹੀਂ, ਉਹ ਹੈ ਕਿੱਥੇ? ਹਰ ਜਾ ਸਾਈਂ ਜ਼ਾਹਰ ਦਿਸਦਾ, ਉਹ ਹਰ ਜਗ੍ਹਾ ਦੇ ਉੱਤੇ ਜ਼ਾਹਰ ਹੈ। ਤੁਸੀਂ ਸਾਰੇ ਪ੍ਰਭੂ ਦਾ ਸਰੂਪ, ਸਾਰੇ ਬ੍ਰਹਮ ਦਾ ਸਰੂਪ ਹੈ, ਉਹ ਹਰ ਇੱਕ ਦੇ ਵਿੱਚ ਹੈ। ਕੀੜੀ ਤੋਂ ਲੈ ਕੇ ਹਾਥੀ ਪਰਯੰਤ, ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਇਸ ਕਰਕੇ ਨਫ਼ਰਤ ਨਾ ਕਰ ਕਿਸੇ ਦੇ ਨਾਲ, ਕਿਸੇ ਦੇ ਨਾਲ ਈਰਖਾ ਨਾ ਕਰ, ਕਿਸੇ ਨਾਲ ਦੁਆਇਤ ਨਾ ਕਰ। ਤੇ ਕਰਨਾ ਕੀ ਹੈ? ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਆਪੇ ਮਾਲਕ ਨੇ ਮੇਲ ਕਰ ਲੈਣਾ, ਆਪੇ ਤੇਰੇ ਪਾਸ ਆ ਜਾਣਾ ਹੈ। ਅਨ ਦਿਨ ਸੱਚੀ ਭਗਤ ਕਰ, ਸਚੈ ਚਿਤ ਲਾਈ। ਅਨ ਦਿਨ, ਦਿਨ ਤੇ ਰਾਤ, ਹਰ ਰੋਜ਼ ਮਾਲਕ ਦੀ ਸੱਚੀ ਭਗਤੀ ਕਰ, ਵਿਖਾਵਾ ਨਾ ਕਰ। ਕਿਉਂਕਿ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ, ਨਰਕ ਮੋ ਲੀਨ। ਸਾਹਿਬ ਕਹਿੰਦੇ ਡਿੰਬਨ ਮੈਂ ਪਰਮੇਸ਼ਰ ਨਹੀਂ, ਪਾਖੰਡ ਵਿੱਚ ਪਰਮਾਤਮਾ ਨਹੀਂ ਹੈ। ਪਾਖੰਡ ਕੋਈ ਕਰੇ, ਸਿੱਖ ਕਰੇ, ਹਿੰਦੂ ਕਰੇ, ਮੁਸਲਮਾਨ ਕਰੇ, ਈਸਾਈ ਕਰੇ, ਪੰਡਤ ਕਰੇ, ਗ੍ਰੰਥੀ ਕਰੇ, ਰਾਗੀ ਕਰੇ, ਢਾਟੀ ਕਰੇ, ਕੋਈ ਵੀ ਪਖੰਡ ਕਰੇ, ਪਾਲਕ ਨੂੰ ਪ੍ਰਵਾਨ ਨਹੀਂ ਹੈ। ਸਾਹਿਬੇ ਆਲਮ ਦਸ਼ਮੇਸ਼ ਪਿਤਾ ਕਹਿੰਦੇ ਪਖੰਡ ਵਿੱਚ ਪਰਮੇਸ਼ਰ ਨਹੀਂ ਹੈ। ਦਿਖਾਵੇ ਦੇ ਕਰਮ ਨਾ ਕਰ। ਹਿੰਦੂ ਵਾਸਤੇ ਸੁਬਹ ਤੇ ਸ਼ਾਮ ਉਹਦੇ ਕਰਮ ਕਾਂਡ ਨੇ, ਉਹਦੇ ਕਰਮ ਨੇ। ਮੁਸਲਮਾਨ ਭਰਾ ਵਾਸਤੇ 5 ਨਮਾਜ਼ਾਂ ਨੇ, ਪਰ ਸਿੱਖਾ ਤੇਰੇ ਵਾਸਤੇ ਹਰ ਰੋਜ਼ ਹੈ, ਦਿਨ ਰਾਤ ਹੈ। ਇਹ ਨਹੀਂ ਕਿ ਨਿਤਨੇਮ ਦੀਆਂ ਬਾਣੀਆਂ ਕਰ ਲਈਆਂ ਨੇ, ਸ਼ਾਮਾਂ ਨੂੰ ਰਹਿਰਾਸ ਪੜ੍ਹ ਲਈ ਤੇ ਸਾਰਾ ਦਿਨ ਝੂਠ ਕਰੇ, ਕਿਸੇ ਨਾਲ ਠੱਗੀ ਕਰੇ, ਫਰੇਬ ਕਰੇ, ਛਲ ਕਰੇ, ਧੋਖਾ ਕਰੇ, ਤੇਰੀ ਪੜ੍ਹੀ ਹੋਈ ਬਾਣੀ ਪ੍ਰਵਾਨ ਹੋ ਜਾਏਗੀ? ਬਿਲਕੁਲ ਨਹੀਂ ਹੋਏਗੀ। ਕਿਉਂਕਿ ਸਤਿਗੁਰਾਂ ਨੇ ਹਦਾਇਤ ਕੀਤੀ, ਅੰਦਨ ਸੱਚੀ ਭਗਤ ਕਰ, ਕਿ ਹੇ ਪ੍ਰਾਣੀ, ਐ ਜੀਵ, ਦਿਨ ਤੇ ਰਾਤ ਸੱਚੀ ਭਗਤੀ ਕਰ ਮਾਲਕ ਦੀ। ਵਿਖਾਵੇ ਦੀ ਭਗਤੀ ਨਾ ਕਰ, ਝੂਠ ਦੀ ਭਗਤੀ ਨਾ ਕਰ, ਕਿਉਂਕਿ ਝੂਠ ਮਾਲਕ ਨੂੰ, ਪਰਮਾਤਮਾ ਨੂੰ ਪ੍ਰਵਾਨ ਨਹੀਂ ਹੈ। ਸਾਹਿਬ ਗੁਰੂ ਨਾਨਕ ਨਿਰੰਕਾਰੀ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਕਰਦੇ ਨਾ ਜਗਨਨਾਥਪੁਰੀ ਪਹੁੰਚੇ ਨੇ। ਜਗਨਨਾਥਪੁਰੀ ਪਹੁੰਚੇ ਸਤਿਗੁਰੂ ਪਾਤਸ਼ਾਹ ਜੀ, ਤੇ ਕੀ ਦੇਖਦੇ ਨੇ? ਬਾਹਰਲੇ ਪਾਸੇ ਇੱਕ ਪੰਡਤ ਬੈਠਾ ਹੋਇਆ। ਉਸ ਪੰਡਤ ਨੇ ਅੱਖਾਂ ਮੀਟੀਆਂ ਹੋਈਆਂ ਨੇ, ਆਪਣੇ ਨੱਕ ਨੂੰ ਫੜਿਆ ਹੋਇਆ ਹੈ, ਤੇ ਲੋਕਾਂ ਨੂੰ ਉਪਦੇਸ਼ ਦੇ ਰਿਹਾ ਹੈ ਕਿ ਮੈਂ ਜਦੋਂ ਅੱਖਾਂ ਮੀਟਦਾ, ਨੱਕ ਪਕੜਦਾ, ਨੱਕ ਫੜਦਾ, ਤੇ ਮੈਨੂੰ ਤਿੰਨੇ ਕਾਲ ਦੀ ਸੋਝੀ ਹੁੰਦੀ ਹੈ। ਮੈਨੂੰ ਤਿੰਨੇ ਕਾਲ ਦਿਸਦੇ ਨੇ, ਭੂਤ, ਭਵਿੱਖਤ, ਵਰਤਮਾਨ ਕਾਲ। ਪਿਛਲੇ ਬੀਤ ਜੁਗਾ, ਜਿਹੜਾ ਚੱਲ ਰਿਹਾ ਤੇ ਜਿਹੜਾ ਆਉਣ ਵਾਲਾ ਸਮਾਂ ਹੈ। ਕਹਿੰਦਾ ਮੈਨੂੰ ਤਿੰਨੇ ਹੀ ਦਿਖਾਈ ਦੇ ਰਹੇ ਨੇ, ਤੇ ਤੁਸੀਂ ਇਹ ਲੋਟੇ ਵਿੱਚ ਮਾਇਆ ਪਾਓ, ਪੈਸੇ ਪਾਓ, ਮੈਂ ਤੁਹਾਨੂੰ ਸਵਰਗਾਂ ਦਾ ਰਾਹ ਦਿਖਾ ਦਿਆਂਗਾ। ਕਿਉਂ? ਮੈਨੂੰ ਤਾਂ ਦਿਖ ਰਿਹਾ, ਜਿਹੜਾ ਮੈਨੂੰ ਦਿਸ ਰਿਹਾ ਮੈਂ ਤੁਹਾਨੂੰ ਦਿਖਾ ਦਿਆਂਗਾ ਸਵਰਗਾਂ ਦਾ ਰਾਹ, ਕਿ ਸਵਰਗਾਂ ਵਿੱਚ ਕਿਵੇਂ ਜਾਣਾ ਹੈ। ਤੇ ਗੁਰੂ ਨਾਨਕ ਨਿਰੰਕਾਰੀ ਜੀ ਉੱਥੇ ਪਹੁੰਚੇ ਨੇ।
ਜਿੱਥੇ ਸਤਿਗੁਰੂ ਪਾਤਸ਼ਾਹ ਨੇ ਇਹ ਆਰਤੀ ਦਾ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਦਾਸ ਨੇ ਉਹ ਮੰਦਰ ਵੀ ਦੇਖਿਆ ਜਿੱਥੇ ਸਤਿਗੁਰਾਂ ਨੇ ਇਹ ਆਰਤੀ ਉਚਾਰਨ ਕੀਤੀ ਹੈ। ਇਹ ਪੰਡਿਤ ਬਾਹਰਲੇ ਪਾਸੇ ਬੈਠਾ ਹੋਇਆ, ਸਤਿਗੁਰੂ ਜੀ ਉੱਥੇ ਪਹੁੰਚੇ ਨੇ ਤੇ ਜਦੋਂ ਸਤਿਗੁਰਾਂ ਨੇ ਉਸ ਦਾ ਪਖੰਡ ਦੇਖਿਆ ਨਾ, ਉਸ ਦਾ ਦਿਖਾਵਾ ਦੇਖਿਆ, ਉਸ ਦਾ ਪਹਿਰਾਵਾ ਦੇਖਿਆ ਤੇ ਪਾਤਸ਼ਾਹ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ, ਮਰਦਾਨਿਆ ਇਹਦਾ ਲੋਟਾ ਚੁੱਕ ਕੇ ਨਾ ਤੇ ਪਿਛਲੇ ਪਾਸੇ ਰੱਖ ਦੇ। ਹੁਣ ਲੋਟਾ ਚੁੱਕਿਆ, ਮਰਦਾਨੇ ਨੇ ਪਿਛਲੇ ਪਾਸੇ ਰੱਖ ਦਿੱਤਾ, ਉਹਦੇ ਬਿਲਕੁਲ ਕੰਡ ਦੇ ਪਿਛਲੇ ਪਾਸੇ, ਕਿਉਂਕਿ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਏ। ਉਹ ਮਾਲਕ ਤਾਂ ਸਾਰੇ ਦੇਖਦਾ ਹੈ, ਪਰ ਸਾਡੀ ਨਜ਼ਰ ਸੱਜੇ ਜਾਂਦੀ ਹੈ, ਖੱਬੇ ਜਾਂਦੀ ਹੈ, ਸਾਹਮਣੇ ਜਾਂਦੀ ਹੈ, ਆਪਣੇ ਪਿਛਲੇ ਪਾਸੇ ਨਹੀਂ ਜਾਂਦੀ। ਦੀਵਾ ਆਪਣੇ ਥੱਲੇ ਨਹੀਂ ਦੇਖ ਸਕਦਾ ਹੈ, ਚਾਰ ਚੁਫੇਰੇ ਤੱਕ ਲੈਂਦਾ, ਆਪਣੇ ਥੱਲੇ ਨਹੀਂ ਦੇਖ ਸਕਦਾ ਹੈ। ਅਸੀਂ ਸੱਜੇ ਖੱਬੇ ਦੇਖਦੇ ਹਾਂ, ਸਾਹਮਣੇ ਦੇਖਦੇ ਹਾਂ, ਲੋਕਾਂ ਦੇ ਔਗਣ ਦੇਖਦੇ ਹਾਂ, ਪਰ ਆਪਣੇ ਪਿੱਛੇ ਨਜ਼ਰ ਨਹੀਂ ਮਾਰਦੇ, ਆਪਣੇ ਜੀਵਨ ਵੱਲੇ ਝਾਤੀ ਨਹੀਂ ਮਾਰਦੇ ਕਿ ਸਾਡੇ ਜੀਵਨ ਵਿੱਚ ਕੀ ਹੈ। ਸਤਿਗੁਰਾਂ ਨੇ ਉਹ ਲੋਟਾ ਪਿਛਲੇ ਪਾਸੇ ਮਰਦਾਨੇ ਨੂੰ ਕਿਹਾ ਛਪਾ ਦੇ, ਛਪਾ ਦਿੱਤਾ। ਕੁਝ ਸਮੇਂ ਬਾਅਦ ਅੱਖਾਂ ਖੁੱਲੀਆਂ ਨੇ ਤੇ ਦੇਖਿਆ ਸਾਹਮਣੇ ਤੇ ਲੋਟਾ ਹੀ ਨਹੀਂ ਹੈ। ਜਿਸ ਵਾਸਤੇ ਮੈਂ ਇਹ ਪਖੰਡ ਕਰ ਰਿਹਾ ਸੀ, ਦਿਖਾਵਾ ਕਰ ਰਿਹਾ ਸੀ, ਉਹ ਪੈਸਿਆਂ ਦਾ ਭਰਿਆ ਤੇ ਲੋਟਾ ਹੀ ਨਹੀਂ। ਜਿਸ ਮਾਇਆ ਵਾਸਤੇ ਪਖੰਡ ਕੀਤਾ, ਉਹ ਮਾਇਆ ਹੀ ਮੇਰੀ ਚੁਰਾ ਲਈ ਕਿਸੇ ਨੇ। ਸੁਰਤ ਭੁੱਲ ਗਈ, ਅੱਖਾਂ ਖੁੱਲੀਆਂ ਨੇ, ਨੱਕ ਛੱਡ ਦਿੱਤਾ ਹੈ, ਆਸੇ ਪਾਸੇ ਦੇਖਣ ਲੱਗੇ ਹੈ ਕਿ ਮੇਰਾ ਲੋਟਾ ਕਿੱਥੇ ਚਲੇ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪੰਡਤ ਤੂੰ ਤਾਂ ਹੁਣੇ ਕਹਿ ਰਿਹਾ ਸੀ ਮੈਨੂੰ ਤਿੰਨੇ ਲੋਕ ਦਿਖਾਈ ਦੇ ਰਹੇ ਨੇ ਤੇ ਮੈਂ ਸਵਰਗਾਂ ਦਾ ਰਾਹ ਦਿਖਾ ਸਕਦਾ ਹੈ। ਤੂੰ ਤੇ ਦੂਸਰਿਆਂ ਨੂੰ ਸਵਰਗਾਂ ਦਾ ਰਾਹ ਦਿਖਾ ਰਿਹਾ ਸੀ, ਤੈਨੂੰ ਤੇ ਤਿੰਨੇ ਕਾਲ ਤਿੰਨੇ ਲੋਕ ਦਿਖ ਰਹੇ ਸੀ, ਕਿ ਤੈਨੂੰ ਆਪਣਾ ਲੋਟਾ ਦਿਖਾਈ ਨਹੀਂ ਦੇ ਰਿਹਾ। ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਪਾਵਨ ਪਵਿੱਤਰ ਗੁਰਬਾਣੀ ਵਿੱਚ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾ ਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਏ ਜਗ। ਕਲ ਮੈਂ ਰਾਮ ਨਾਮ ਸਾਰ, ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ। ਇਹ ਦਿਖਾਵਾ, ਇਹ ਪਖੰਡ ਪ੍ਰਵਾਨ ਨਹੀਂ ਹੈ। ਅੱਖੀ ਤਾਂ ਮੀਟੈ ਨਾਕ ਪਕਣੇ, ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕਣੇ, ਸੂਝ ਤੇ ਤਿਨ ਲੋ, ਮਗਰ ਪਾਛੇ ਕਛ ਨ ਸੂਝੇ, ਇਹ ਪਦਮ ਅਲੋ। ਆਂਟ ਕਹਿੰਦੇ ਨੇ ਇਹ ਦੋਵੇਂ ਉਂਗਲਾਂ ਤੇ ਗੂਠਾ, ਇਹਦੇ ਨਾਲ ਐ ਨੱਕ ਪਕੜ ਲੈਣਾ, ਕਹਿੰਦੇ ਆਂਟ। ਅੱਖਾਂ ਬੰਦ ਕਰ ਲੈਣਾ, ਆਪਣਾ ਨੱਕ ਪਕੜ ਲੈਣਾ ਤੇ ਕਹਿੰਦੇ ਮੈਨੂੰ ਤਿੰਨੇ ਕਾਲ ਦਿਸ ਰਹੇ ਨੇ, ਤੈਨੂੰ ਆਦਾ ਪਿੱਛੇ ਪਾਸੇ ਨਹੀਂ ਦਿਸਦਾ ਜਿੱਥੇ ਤੇਰਾ ਲੋਟਾ ਪਿਆ ਹੋਇਆ ਹੈ। ਦਰਅਸਲ ਪਖੰਡ ਨਿਰੰਕਾਰ ਪਾਤਸ਼ਾਹ ਨੂੰ ਪ੍ਰਵਾਨ ਨਹੀਂ ਹੈ, ਦਿਖਾਵੇ ਦੀ ਭਗਤੀ ਪ੍ਰਵਾਨ ਨਹੀਂ ਹੈ। ਦਿਖਾਵਾ ਕਰਕੇ ਆਪਣੇ ਆਪ ਨੂੰ ਵੀ ਧੋਖਾ ਦੇਣਾ ਹੈ, ਪਰਮਾਤਮਾ ਨੂੰ ਵੀ ਧੋਖਾ ਦੇਣਾ ਹੈ। ਸੱਚੀ ਭਗਤ ਕਰ, ਚਾਹੇ ਤੂੰ ਜਪਜੀ ਸਾਹਿਬ ਪੜ੍ਹ ਲੈ। ਸਿੱਖ ਦੇ ਵਾਸਤੇ ਹਦਾਇਤ ਹੈ 5 ਬਾਣੀਆਂ ਅੰਮ੍ਰਿਤ ਵੇਲੇ ਤੇ 2 ਬਾਣੀਆਂ ਸ਼ਾਮਾਂ ਨੂੰ। ਬਾਕੀ ਜਿਤਨੀ ਬਾਣੀ ਪੜ੍ਹ ਸਕਦੇ ਹੋ, ਸੁਖਮਨੀ ਸਾਹਿਬ ਜੀ ਪੜ੍ਹੋ, ਆਸਾ ਕੀ ਵਾਰ ਪੜ੍ਹੋ, 52 ਅੱਖਰੀ ਪੜ੍ਹੋ, ਜਿਤਨੀ ਮਰਜ਼ੀ ਬਾਣੀ ਪੜ੍ਹੋ। ਪਰ ਗੁਰੂ ਕਾ ਸਿੱਖ ਹੋਣ ਦੇ ਨਾਤੇ ਅਸੀਂ ਅਨ ਦਿਨ ਤੇ ਰਾਤ ਹਰ ਰੋਜ਼ ਪਰਮਾਤਮਾ ਨੂੰ ਯਾਦ ਰੱਖਣਾ। ਇਹ ਨਹੀਂ ਕਿ ਬਾਣੀਆਂ ਪੜ੍ਹ ਲਈਆਂ ਤੇ ਹੁਣ ਸਾਡਾ ਕੰਮ ਖਤਮ ਹੈ, ਨਹੀਂ। ਜਦੋਂ ਵੀ ਸਮਾਂ ਮਿਲਦਾ, ਘਰ ਬੈਠੇ ਹੋ, ਦੁਕਾਨ ਤੇ ਬੈਠੇ ਹੋ, ਰਸਤੇ ਵਿੱਚ ਜਾ ਰਹੇ ਹੋ, ਗੱਡੀ ਵਿੱਚ ਜਾ ਰਹੇ ਹੋ, ਆਪਣੇ ਸਵਾਸ ਸਫਲੇ ਕਰੋ, ਆਪਣੇ ਸਵਾਸਾਂ ਨੂੰ ਧਨਤਾ ਦੇ ਯੋਗ ਬਣਾਓ। ਇਹ ਸਵਾਸ ਬੜੇ ਕੀਮਤੀ ਨੇ।
ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ ਹੈ। ਐਮਰਜੈਂਸੀ ਤੁਹਾਨੂੰ ਸਵਾਸ ਥੋੜਾ ਸਮਾਂ ਦੇ ਸਕਦੇ ਨੇ ਆਕਸੀਜਨ ਲਾ ਕੇ, ਆਖਿਰਕਾਰ ਉਹ ਟੁੱਟ ਜਾਂਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਾ ਇੱਕ ਵੀ ਸਵਾਸ ਬੇਅਰਥ ਨਹੀਂ ਜਾਣਾ ਚਾਹੀਦਾ। ਨਾਮ ਬਿਨਾ ਜੋ ਸਵਾਸ ਵਹਿਤ ਹੈ, ਜੈਸੇ ਪਸਰਾ ਫੂਕ ਬਹਿਤ ਹੈ। ਮਹਾਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਨਾਮ ਤੋਂ ਬਿਨਾ ਜਿਹੜਾ ਸਵਾਸ ਜੀਵਨ ਸਰੀਰ ਵਿੱਚੋਂ ਚੱਲਦਾ ਹੈ, ਉਹ ਤੇ ਪੇਟ ਨੂੰ ਅੱਗ ਦਾ ਝੁਲਕਾ ਦੇਣ ਦੀ ਤਰ੍ਹਾਂ ਹੈ। ਪੇਟ ਦੀ ਅੱਗ ਬੁਝਾਉਣ ਵਾਸਤੇ ਆ, ਭੁੱਖ ਨੂੰ ਮਿਟਾਉਣ ਵਾਸਤੇ, ਬਾਕੀ ਕੁਝ ਵੀ ਨਹੀਂ ਹੈ। ਇਸ ਲਈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸੱਚੀ ਭਗਤ ਕਰ। ਭਗਤ ਤੋਂ ਭਾਵ ਹੈ ਭਗਤੀ। ਤੱਤਾ ਮੁਕਤ ਹੋਵੇ ਤੇ ਭਗਤ ਸ਼ਬਦ ਹੁੰਦਾ। ਇੱਥੇ ਆ ਭਗਤੀ ਕਰ, ਪ੍ਰਮਾਤਮਾ ਦੀ ਬੰਦਗੀ ਕਰ, ਇਬਾਦਤ ਕਰ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ, ਉਹਨਾਂ ਚਿਰ ਬੰਦਗੀ ਕਰ। ਉਹਨਾਂ ਚਿਰ ਬੰਦਗੀ ਪ੍ਰਮਾਤਮਾ ਦੀ ਦੇ ਨਾਲ ਜੁੜ। ਇਸੇ ਲਈ ਭਾਈ ਨੰਦ ਲਾਲ ਜੀ ਕਹਿੰਦੇ ਨੇ, ਗਰ ਬਜ਼ੁਰਗੀ ਤੋ ਕਰ ਬੰਦਗੀ, ਵਰਨਾ ਆਖਰ ਮੈਂ ਕਸੀ ਸ਼ਰਮੰਦਗੀ। ਐ ਇਨਸਾਨ, ਜੇ ਸਤਿਕਾਰ ਚਾਹੁੰਦਾ ਹੈ ਨਾ, ਪਿਆਰ ਚਾਹੁੰਦਾ ਹੈ, ਵਡਿਆਈ ਚਾਹੁੰਦਾ ਹੈ, ਫਿਰ ਕੀ ਕਰ? ਬੰਦਗੀ। ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਸ਼ ਨੇ, ਉਹਨਾਂ ਦਾ ਦੁਨੀਆ ਕਿਉਂ ਸਤਿਕਾਰ ਕਰਦੀ ਹੈ? ਕਿਉਂ ਉਹਨਾਂ ਨੂੰ ਸਤਿਕਾਰ ਦਿੰਦੀ ਹੈ? ਕਿਉਂਕਿ ਉਹਨਾਂ ਨੇ ਬੰਦਗੀ ਕੀਤੀ ਹੈ। ਬੰਦਗੀ ਬਿਨਾ ਬੰਦਾ ਹੈ ਗੰਦਾ ਕਹਿੰਦੇ। ਬੰਦਗੀ ਤੋਂ ਬਿਨਾ ਤੇ ਬੰਦਾ ਹੈ ਹੀ ਕਿਸੇ ਕੰਮ ਦਾ ਨਹੀਂ। ਇਸ ਲਈ ਕਹਿੰਦੇ, ਘਰ ਬਜ਼ੁਰਗੀ ਤੋਂ ਕਰ ਬੰਦਗੀ। ਅਗਰ ਤੂੰ ਬਜ਼ੁਰਗੀ ਚਾਹੁੰਦਾ, ਸਤਿਕਾਰ ਚਾਹੁੰਦਾ, ਵਡਿਆਈ ਚਾਹੁੰਦਾ, ਤੇ ਬੰਦਗੀ ਕਰ। ਤੇ ਜੇ ਬੰਦਗੀ ਨਹੀਂ ਕਰੇਗਾ ਫਿਰ ਕੀ ਹੋਏਗਾ? ਆਖਰ ਮੈਂ ਕਸੀ ਸ਼ਰਮੰਦਗੀ। ਆਖਿਰਕਾਰ ਜਦੋਂ ਮਾਲਕ ਦੀ ਦਰਗਾਹ ਵਿੱਚ ਜਾਏਗਾ ਨਾ, ਉੱਥੇ ਤੈਨੂੰ ਸ਼ਰਮਿੰਦਗੀ ਉਠਾਉਣੀ ਪਵੇਗੀ। ਉੱਥੇ ਤੈਨੂੰ ਸ਼ਰਮਿੰਦਿਆਂ ਹੋਣਾ ਪਵੇਗਾ। ਸਾਹਿਬੇ ਆਲਮ ਸਤਿਗੁਰੂ ਪਾਤਸ਼ਾਹ ਜੀ ਨਾ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਨੀਆ ਦਾ ਭਰਮਣ ਕਰਦੇ ਕਨੌਜ ਦੇ ਇਲਾਕੇ ਵਿੱਚ ਗਏ ਨੇ। ਤੇ ਕਨੌਜ ਦੇ ਜਿਹੜਾ ਮਕਬਰੇ ਦਾ ਸੀ ਦਾ ਪੁਜਾਰੀ ਮਦਾਰ ਸ਼ਾਹ, ਉਹ ਆਇਆ ਸਾਹਿਬਾਂ ਦੀ ਹਜ਼ੂਰੀ ਵਿੱਚ। ਦੇਖਿਆ ਕਿ ਸਿੱਖ ਭੇਟਾਵਾਂ ਲੈ ਕੇ ਆ ਰਹੇ ਨੇ। ਕੋਈ ਵਸਤਰ ਭੇਟਾ ਕਰ ਰਿਹਾ ਹੈ, ਕੋਈ ਧਨ ਭੇਟਾ ਕਰ ਰਿਹਾ ਹੈ, ਕੋਈ ਵਸਤੂਆਂ ਭੇਟਾ ਕਰ ਰਿਹਾ ਹੈ, ਕੋਈ ਅਨਾਜ ਭੇਟਾ ਕਰ ਰਿਹਾ, ਕੋਈ ਨਾ ਕੋਈ ਭੇਟਾ ਕਰ ਰਿਹਾ ਹੈ। ਕਿਉਂਕਿ ਵਿਦਾਂਤ ਸਿਆਣੇ ਕਹਿੰਦੇ, ਰੀਤੇ ਕਰਨੈ ਦਰਸ਼ਨ ਕਰ ਹੀ। ਕਹਿੰਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਮਦਾਰ ਸ਼ਾਹ ਨੇ ਸੋਚਿਆ ਕਿ ਇਹ ਤੇ ਬੇਅੰਤ ਭੇਟਾਵਾਂ ਅਰਪਣ ਕਰ ਰਹੇ ਨੇ, ਸਤਿਗੁਰੂ ਪਾਤਸ਼ਾਹ ਨੂੰ ਦਰਸ਼ਨ ਕਰਦੇ ਨੇ, ਮੱਥਾ ਟੇਕਦੇ ਨੇ, ਤੇ ਮੇਰੇ ਕੋਲ ਤੇ ਕੁਝ ਹੈ ਹੀ ਨਹੀਂ। ਮੇਰੇ ਕੋਲ ਤੇ ਕੁਝ ਵੀ ਨਹੀਂ ਹੈ। ਕਿਉਂਕਿ ਜਿਹੜੇ ਐਸੇ ਫਕੀਰ ਹੁੰਦੇ ਨੇ ਨਾ, ਉਹਨਾਂ ਦੇ ਚੋਲੇ ਨੂੰ ਜੇਬ ਵੀ ਨਹੀਂ ਹੁੰਦੀ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਤੌਖਲਾ ਨਹੀਂ ਹੁੰਦਾ। ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼, ਜਿੰਨਾ ਤਕਵਾ ਰੱਬ ਦਾ ਤਿੰਨਾ ਓਟ ਹਮੇਸ਼। ਜਿਹੜੇ ਪੰਛੀ ਤੇ ਦਰਵੇਸ਼ ਨੇ ਨਾ, ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਸਾਨੂੰ ਚਿੰਤਾ ਹੈ ਆਪਣੇ ਪੁੱਤਰਾਂ ਵਾਸਤੇ, ਆਪਣੇ ਪੋਤਰਿਆਂ ਵਾਸਤੇ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਧਨ ਇਕੱਠਾ ਕਰ ਲਈਏ, ਚੰਗੀਆਂ ਕੋਠੀਆਂ ਕਾਰਾਂ ਬਣਾ ਕੇ ਦੇ ਦਈਏ ਆਪਣੇ ਆਉਣ ਵਾਲੀ ਔਲਾਦ ਨੂੰ। ਇਹ ਜੇ ਸਾਹਿਬ ਜੀ ਦਾ ਬਚਨ ਹੈ ਨਾ, ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਲੰਗਰ ਚੱਲਦਾ ਹੈ, ਤੇ ਜਦੋਂ ਸ਼ਾਮਾਂ ਨੂੰ 9-10 ਦਾ ਟਾਈਮ ਹੋ ਜਾਂਦਾ ਹੈ ਨਾ, ਬਈ ਸੰਗਤ ਹੁਣ ਨਹੀਂ ਆਵੇਗੀ ਕੋਈ,
ਉਦੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਬੱਲੂ ਜਿਤਨਾ ਲੰਗਰ ਬਚਿਆ ਹੈ ਨਾ ਇਹ ਸਾਰਾ ਗਾਈਆਂ ਨੂੰ ਜਾ ਕੇ ਖਵਾ ਦੇ। ਜਿਹੜੇ ਅਵਾਰਾ ਪਸ਼ੂ ਨੇ ਜਿਨ੍ਹਾਂ ਦੇ ਵਾਸਤੇ ਕੋਈ ਚਾਰਾ ਨਹੀਂ ਲਿਆਉਂਦਾ ਉਹਨਾਂ ਨੂੰ ਇਹ ਲੰਗਰ ਗੁਰੂ ਕਾ ਜਿਹੜਾ ਸਾਰਾ ਜਾ ਕੇ ਪਾਇਆ ਉਹ ਖਾ ਲੈਣਗੇ। ਤੇ ਜੇ ਪਸ਼ੂਆਂ ਤੋਂ ਵੀ ਬਚ ਜਾਏ ਤੇ ਸਾਰਾ ਉਹ ਲੰਗਰ ਬਿਆਸ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ, ਕਿਉਂਕਿ ਜਲ ਵਿੱਚ ਵੀ ਤੇ ਜੀਵ ਨੇ ਨਾ। 42 ਲੱਖ ਜੀਵ ਤੇ ਜਲ ਦੇ ਵਿੱਚ ਨੇ, 42 ਲੱਖ ਜੀਵ ਜਲਮय ਹੋਤੇ, 42 ਲੱਖ ਜੀਵ ਜਲ ਵਿੱਚ ਨੇ, 42 ਲੱਖ ਜੀਵ ਧਰਤੀ ਤੇ ਨੇ, 84 ਲੱਖ ਜੀਵ ਨੇ। ਬੱਲੂ ਉਹਨਾਂ ਨੂੰ ਸਾਰਿਆਂ ਨੂੰ ਪਾ ਦੇ। ਅਗਲੇ ਦਿਨ ਵਾਸਤੇ ਨਹੀਂ ਰੱਖਣਾ, ਅਗਲੇ ਦਿਨ ਵਾਸਤੇ ਨਾਨਕ ਨਿਰੰਕਾਰੀ ਨਿਰੰਕਾਰ ਪ੍ਰਭੂ ਹੋਰ ਭੇਜੇਗਾ, ਫਿਰ ਹੋਰ ਲੰਗਰ ਤਿਆਰ ਹੋ ਜਾਏਗਾ। ਅਗਲੇ ਦਿਨ ਵਾਸਤੇ ਨਹੀਂ ਰੱਖਦੇ। ਸਾਨੂੰ ਚਿੰਤਾ ਹੈ ਕਿਸ ਗੱਲ ਦੀ ਕਿ ਕੱਲ ਨੂੰ ਕੀ ਖਾਵਾਂਗੇ, ਕੱਲ ਨੂੰ ਕੀ ਦੇਵਾਂਗੇ, ਸਾਡੇ ਪੁੱਤਰ ਪੋਤਰੇ ਕੀ ਕਰਨਗੇ। ਅਸੀਂ ਇਸੇ ਚਿੰਤਾ ਵਿੱਚ ਸਾਰਾ ਜੀਵਨ ਬਤੀਤ ਕਰ ਦਿੰਦੇ ਹਾਂ। ਤੇ ਸਾਹਿਬ ਕੀ ਕਹਿੰਦੇ ਨੇ ਸਾਨੂੰ ਗੁਰਬਾਣੀ ਵਿੱਚ? ਸਾਹਿਬ ਕਹਿੰਦੇ ਚਿੰਤਾ ਨਾ ਕਰ, ਜਲ ਮੈਂ ਜਨਤੇ ਉਪਾਏ ਅਨਤਿਨਾ ਪੇਰੋ ਜੀ ਦੇ। ਪੱਥਰ ਵਿੱਚ ਕੀੜੇ ਪੈਦਾ ਕਰ ਦਿੱਤੇ ਪਰਮਾਤਮਾ ਨੇ, ਮਾਲਕ ਨੂੰ ਉਹਨਾਂ ਦੀ ਵੀ ਚਿੰਤਾ ਹੈ, ਪੱਥਰ ਵਿੱਚ ਵੀ ਉਹਨਾਂ ਦੀ ਖੁਰਾਕ ਹੈ। ਇੱਕ ਸ਼ੱਕਰਖੋਰ ਕੀੜਾ ਹੁੰਦਾ ਹੈ, ਚਾਰ ਚੁਫੇਰੇ ਤੋਂ ਪੱਥਰ ਬੰਦ ਹੈ, ਕੀੜਾ ਪੱਥਰ ਦੇ ਵਿੱਚ ਹੈ, ਪਰ ਉੱਥੇ ਵੀ ਸ਼ੱਕਰ ਦੇ ਦਾਣੇ ਮਾਲਕ ਨੇ ਪਹਿਲਾਂ ਹੀ ਪੈਦਾ ਕਰ ਦਿੱਤੇ। ਉਹਦੀ ਰੋਜੀ ਜਿਹੜੀ ਪਰਮਾਤਮਾ ਨੇ ਉੱਥੇ ਰੱਖ ਦਿੱਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਪਖੰਡ ਕਰਦਾ ਹੈ ਲੋਕਾਂ ਦੇ ਵਾਸਤੇ, ਉਹਨਾਂ ਨੂੰ ਸਵਰਗਾਂ ਦਾ ਰਾਹ ਦਿਖਾਉਣਾ ਹੈ, ਤੈਨੂੰ ਆਪਣੇ ਆਪ ਦੀ ਸੋਝੀ ਨਹੀਂ, ਤੇਰੇ ਪਿੱਛੇ ਤੇ ਲੋਟਾ ਤੇਰਾ ਪਿਆ ਹੋਇਆ। ਦਰਅਸਲ ਜਿਹੜਾ ਧਰਮ ਹੈ ਨਾ, ਇਹ ਧਰਮ ਵੀ ਪਖੰਡੀਆਂ ਦੇ ਚੁੰਗਲ ਵਿੱਚ ਆ ਗਏ ਆ। ਜਿਹੜੇ ਦਿਖਾਵੇ ਕਰਨ ਵਾਲੇ ਨੇ, ਸੱਚੀ ਭਗਤੀ ਨਹੀਂ, ਤਰਕ ਕਰਨ ਵਾਲੇ ਨੇ। ਇਹ ਪੰਜਾ ਕਿਵੇਂ ਲੱਗ ਸਕਦਾ ਹੈ ਜੀ? ਸੀਸ ਕਿਵੇਂ ਕੱਟਿਆ ਜਾ ਸਕਦਾ ਹੈ? ਤੀਰ ਇੰਨੀ ਦੂਰ ਕਿਵੇਂ ਪਹੁੰਚ ਸਕਦਾ ਹੈ? ਤਾੜੀ ਕਿਵੇਂ ਮਾਰ ਕੇ ਜਾ ਸਕਦੇ ਨੇ? ਉਹਨਾਂ ਦੇ ਅਧੀਨ ਹੋ ਗਿਆ ਧਰਮ, ਤੇ ਧਰਮ ਬਣ ਕੇ ਰਹਿ ਗਿਆ ਦਿਖਾਵਾ, ਧਰਮ ਬਣ ਕੇ ਰਹਿ ਗਿਆ ਪਖੰਡ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਖੰਡ ਦਾ ਖੰਡਨ ਕੀਤਾ ਹੈ। ਪਖੰਡ ਦਾ ਖੰਡਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਕਲ ਤਾਰਨ ਗੁਰੂ ਨਾਨਕ ਆਇਆ। ਇਸ ਲਈ ਸਾਹਿਬ ਜੀ ਕਹਿੰਦੇ ਨੇ 5 ਮਿੰਟ ਭਗਤੀ ਕਰ, 10 ਮਿੰਟ ਕਰ, ਜਿੰਨਾ ਸਮਾਂ ਕਰ, ਪਰ ਉਹਦੇ ਵਿੱਚ ਦਿਖਾਵਾ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਮੁਲੰਮਾ ਨਹੀਂ ਹੋਣਾ ਚਾਹੀਦਾ। ਸ਼ੁੱਧ ਮਨ ਹੋ ਕੇ ਭਗਤੀ ਕਰ, ਪਰਮਾਤਮਾ ਦੀ ਇਕਾਗਰ ਚਿੱਤ ਹੋ ਕੇ ਭਗਤੀ ਕਰ, ਕਿਉਂਕਿ ਸਤਿਗੁਰਾਂ ਨੇ ਛੋਟ ਹੀ ਬੜੀ ਦੇ ਦਿੱਤੀ ਹੈ ਸਾਨੂੰ। ਕਿੰਨੀ ਵੱਡੀ ਛੋਟ ਦਿੱਤੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ। ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਸ ਕੇ ਵਿੱਚ ਨ ਆਇਓ। ਗੱਲ ਇੱਕ ਚਿੱਤ ਦੀ ਹੈ, ਇਕਾਗਰ ਚਿੱਤ ਕਰਨ ਦੀ ਹੈ, ਉਨਮਨ ਗੱਲ ਦੀ ਹੈ, ਸੁਚੇਤ ਮਨ ਦੀ ਗੱਲ ਕਹੀ ਸਤਿਗੁਰੂ ਪਾਤਸ਼ਾਹ ਨੇ। ਇੱਕ ਵਾਰੀ ਰਸਨਾ ਤੋਂ ਕਹਿ ਦੇ ਸਤਨਾਮ ਵਾਹਿਗੁਰੂ, ਤੇਰੀ ਗੱਲ ਬਣ ਜਾਏਗੀ, ਕਾਲ ਦੀ ਫਾਂਸੀ ਕੱਟੀ ਜਾਏਗੀ, ਜਮਾਂ ਦੇ ਡੰਡੇ ਤੋਂ ਬਚ ਜਾਏਗਾ, ਨਰਕਾਂ ਤੋਂ ਬਚ ਜਾਏਗਾ। ਕਿਉਂਕਿ ਗੱਲ ਤੇ ਇੱਕ ਦਮ ਦੇ ਵਿੱਚ ਹੀ ਬਣਨੀ ਹੈ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਤ ਨਾ ਜਾਣ। ਸਾਡੀ ਕੋਈ ਮੋਹਲਤ ਮਨਿਆਦ ਨਹੀਂ, ਇੱਕਦਮ ਦਾ ਆਦਮੀ ਹੈ। ਤੇ ਇੱਕਦਮ ਦੇ ਵਿੱਚ ਇੱਕ ਵਾਰੀ ਸਤਨਾਮ ਵਾਹਿਗੁਰੂ ਕਹਿ ਦਿੱਤਾ, ਰਾਮ ਕਹਿ ਦਿੱਤਾ, ਅੱਲਾ ਕਹਿ ਦਿੱਤਾ, ਗੋਡ ਕਹਿ ਦਿੱਤਾ, ਤੇਰੇ ਜੀਵਨ ਦੀ ਬਾਜੀ ਪਲਟ ਜਾਏਗੀ। ਇਸ ਲਈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸੱਚੇ ਚਿਤ ਲਾਈ
ਸੱਚੇ ਨਾਲ ਚਿੱਤ ਲਾ ਕੇ ਆਪਣਾ ਮਨ ਸੱਚੇ ਮਾਲਕ ਦੇ ਨਾਲ ਜੋੜ, ਸੱਚੇ ਸ਼ਬਦ ਨਾਲ ਜੋੜਨਾ ਕਰ। ਏਕੋ ਨਾਮ ਧਿਆਏ ਤੂੰ ਸੁਖ ਪਾਵਹਿ ਮੇਰੇ ਭਾਈ। ਹੇ ਮੇਰੇ ਭਾਈ, ਇੱਕੋ ਪਰਮਾਤਮਾ ਦਾ ਨਾਮ ਧਿਆਉਣਾ ਕਰ। ਨਾਨਕ ਲੇਖਾ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਬਸ ਕੇਵਲ ਇੱਕ ਨਾਮ ਜਪ, ਇੱਕੋ ਨਾਮ, ਇੱਕੋ ਇੱਕ ਪਰਮਾਤਮਾ ਦਾ ਨਾਮ ਜਪ। ਨਾਮ ਕੋਈ ਵੀ ਜਪ ਲੈ, ਅਨੇਕਾਂ ਨਾਮ ਨੇ ਪਰਮਾਤਮਾ ਦੇ, ਕਿਸ ਨਾਮ ਦੇ ਨਾਲ ਵੀ ਯਾਦ ਕਰ ਲੈ। ਮਹਾਰਾਜ ਫਿਰ ਕੀ ਹੋਏਗਾ? ਸਾਹਿਬ ਕਹਿੰਦੇ ਸੁਖ ਪਾਏਗਾ। ਲੋਕ ਤੇ ਪ੍ਰਲੋਕ ਦੇ ਸੁੱਖਾਂ ਦੀ ਕੁੰਜੀ ਪਰਮਾਤਮਾ ਦਾ ਨਾਮ ਹੈ। ਦੋਨੇ ਲੋਕ ਤੇਰੇ ਸੁਖੀ ਵਿੱਚ ਸੁਖ ਹੋ ਜਾਣਗੇ, ਦੋਨਾਂ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਹਉਮੈ ਦੂਜਾ ਦੂਰ ਕਰ ਵੱਡੀ ਵਡਿਆਈ। ਹਉਮੈ ਜਿਹੜੀ ਹੈ ਨਾ, ਇਸ ਨੂੰ ਦੂਰ ਕਰ, ਦ્વੈਤ ਭਾਵ ਨੂੰ ਦੂਰ ਕਰ। ਕਿਉਂਕਿ ਹਉਮੈ ਇਹ ਬੰਧਨਾ, ਫਿਰ ਜੋਨੀ ਪਾਹੇ। ਹਉਮੈ ਹੀ ਬੰਧਨ ਰੂਪ ਹੈ। ਹਉਮੈ ਦੇ ਕਾਰਨ ਮਨੁੱਖ ਫਿਰ ਮੁੜ ਕੇ ਜੂਨਾਂ ਦੇ ਵਿੱਚ ਪੈਂਦਾ ਹੈ। ਸਤਿਗੁਰਾਂ ਦੇ ਬੜੇ ਪਿਆਰੇ ਸ਼ਬਦ ਨੇ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹਉਮੈ ਨੂੰ ਤਿਆਗਣਾ ਕਰ। ਮੈਨ ਕੇ ਦੰਤ ਕਿਉਂ ਖਾਈਐ ਸਾਰ। ਇਹ ਜਿਹੜੇ ਹਉਮੈ ਦੇ ਤੇਰੇ ਦੰਦ ਨੇ ਨਾ, ਮਾਇਆ ਦੇ ਦੰਦ ਨੇ, ਜਿਹੜੇ ਮੋਮ ਦੇ ਵਰਗੇ ਦੰਦ ਨੇ ਤੇਰੇ, ਇਹਨਾਂ ਨਾਲ ਲੋਹਾ ਨਹੀਂ ਚੱਬਿਆ ਜਾ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਹਉਮੈ ਨੂੰ ਦੂਰ ਕਰ ਦੇ, ਦ્વੈਤ ਨੂੰ ਦੂਰ ਕਰ ਦੇ, ਮੇਰ ਤੇਰ ਨੂੰ ਦੂਰ ਕਰ। ਇਹ ਵੱਡੀ ਵਡਿਆਈ ਉਸ ਮਾਲਕ ਦੀ, ਉਸ ਵਡਿਆਈ ਦਾ ਪਾਤਰ ਬਣ ਜਾਏਗਾ। ਉਸ ਮਾਲਕ ਦੀ ਵੱਡੀ ਵਡਿਆਈ ਹੈ। ਵੱਡੀ ਵਡਿਆਈ ਜਾਂ ਵੱਡਾ ਨਾਮ, ਉਹਦਾ ਨਾਮ ਵੀ ਬਹੁਤ ਵੱਡਾ ਹੈ, ਉਸ ਦੀ ਵਡਿਆਈ ਵੱਡੀ ਹੈ। ਰਹਾਉ ਇਸ ਭਗਤੀ ਨੋ ਸੁਰ ਨਰ ਮੁਨ ਜਨ ਲੋਚ ਦੇ। ਵੇਣ ਸਤਿਗੁਰ ਪਾਈ ਨਾ ਜਾਏ। ਇਸ ਭਗਤੀ ਨੂੰ, ਜਿਹੜੀ ਭਗਤੀ ਸਾਹਿਬ ਜੀ ਕਹਿੰਦੇ ਸੱਚੀ ਭਗਤ ਕਰ, ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚਦੇ। ਦੇਵਤੇ ਵੀ, ਦੈਂਤ ਵੀ, ਸਾਰੇ ਹੀ ਲੋਚਦੇ ਨੇ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਦੇਹੀ ਨੂੰ ਦੇਵਤੇ ਵੀ ਚਾਹੁੰਦੇ ਨੇ, ਕਿਉਂਕਿ ਇਸ ਦੇਹੀ ਵਿੱਚ ਹੀ ਭਗਤੀ ਕੀਤੀ ਜਾ ਸਕਦੀ। ਇਹ ਮਨੁੱਖਾ ਜਨਮ ਭਗਤੀ ਕਰਨ ਵਾਸਤੇ ਹੈ। ਤੇ ਸੁਰ ਨਰ ਦੇਵਤੇ ਵੀ, ਦੈਂਤ ਵੀ, ਉਹ ਲੋਚਦੇ ਨੇ, ਚਾਹੁੰਦੇ ਨੇ, ਤਾਂਗ ਹੈ ਕਿ ਅਸੀਂ ਭਗਤੀ ਕਰੀਏ। ਪਰ ਇਹ ਤਾਂ ਮਨੁੱਖਾ ਜਨਮ ਦੇ ਵਿੱਚ ਮਿਲਦੀ ਹੈ ਨਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਤਿਗੁਰਾਂ ਤੋਂ ਬਿਨਾ ਇਹ ਪ੍ਰਾਪਤ ਨਹੀਂ ਹੋ ਸਕਦੀ। ਪੰਡਤ ਪੜਦੇ ਜੋਤ ਕੀ ਤਿੰਨ ਬੂਝ ਨਾ ਪਾਏ। ਪੰਡਤ ਜਿਹੜੇ ਨੇ, ਉਹ ਪੜ੍ਹਦੇ ਨੇ ਜੋਤਿਸ਼ ਦੇ ਗ੍ਰੰਥ। ਜੋਤਕੀ ਤੋਂ ਭਾਵ ਹੁੰਦਾ ਜੋਤਿਸ਼, ਜੋਤਿਸ਼ ਦੇ ਗ੍ਰੰਥ ਪੜ੍ਹਦੇ ਨੇ ਪੰਡਤ। ਕਿਉਂਕਿ ਇਹ ਰਾਸ਼ੀਆਂ ਜਿਹੜੀਆਂ ਨੇ, ਪੰਡਤ ਦੋ ਪ੍ਰਕਾਰ ਮੰਨੀਆਂ ਗਈਆਂ ਨੇ। ਸਾਡੇ ਹਿੰਦੁਸਤਾਨ ਵਿੱਚ ਰਾਸ਼ੀ ਜਿਹੜੀਆਂ ਨੇ, ਨਾਵਾਂ ਦੇ ਉੱਤੇ ਚੱਲਦੀ ਹੈ। ਸੱਸੇ ਉੱਤੇ, ਗੱਗੇ ਉੱਤੇ, ਖੱਖੇ ਉੱਤੇ, ਘੱਗੇ ਉੱਤੇ, ਸੱਤੇ ਰਾਸ਼ੀਆਂ ਨਾਵਾਂ ਦੇ ਉੱਤੇ ਚੱਲਦੀਆਂ ਨੇ। ਤੇ ਅਸੀਂ ਨਾ ਰਾਸ਼ੀਆਂ ਦੇ ਉੱਤੇ ਬਹੁਤ ਯਕੀਨ ਕਰ ਲੈਂਦੇ ਹਾਂ। ਪੰਡਤਾਂ ਤੇ ਕੋਲ ਜਾਂਦੇ ਹੀ ਆ, ਪਰ ਜਦੋਂ ਘਰ ਵਿੱਚ ਅਖਬਾਰ ਆਉਂਦੀ ਹੈ ਨਾ, ਸਭ ਤੋਂ ਪਹਿਲਾਂ ਰਾਸ਼ੀਆਂ ਵਾਲਾ ਪੇਜ ਪੜ੍ਹਦੇ ਵੀ ਇਹ ਰਾਸ਼ੀ ਕੀ ਕਹਿੰਦੀ ਹੈ, ਮੇਰੀ ਰਾਸ਼ੀ ਵਿੱਚ ਅੱਜ ਕੀ ਲਿਖਿਆ ਹੋਇਆ ਹੈ। ਤੇ ਜੇ ਰਾਸ਼ੀ ਦੇ ਅਨੁਸਾਰ ਹੀ ਜੀਵਨ ਚੱਲਦਾ ਹੋਵੇ, ਤੇ ਰਾਸ਼ੀ ਤੇ ਐਸੇ ਬਹੁਤ ਸਾਰੇ ਮਨੁੱਖਾਂ ਦੀ ਰਲਦੀ ਹੈ, ਰਾਮ ਦੀ ਤੇ ਰਾਵਣ ਦੀ, ਕ੍ਰਿਸ਼ਨ ਦੀ ਤੇ ਕੰਸ ਦੀ। ਇੱਕ ਵਿਦਵਾਨ ਕਹਿ ਰਿਹਾ ਸੀ, ਉਸਾਮਾ ਬਿਨ ਲਾਦੇਨ ਦੀ, ਅਬਾਮਾ ਦੀ ਰਾਸ਼ੀ ਰਲਦੀ ਹੈ।
ਫਿਰ ਤੇ ਇੱਕੋ ਜਿਹੇ ਹੋਣੇ ਚਾਹੀਦੇ ਨੇ। ਇੱਕ ਸੈਕਿੰਡ ਦੇ ਵਿੱਚ 2200 ਬੱਚੇ ਵਿਸ਼ਵ ਵਿੱਚ ਜਨਮ ਲੈਂਦੇ ਨੇ। ਕਿ ਸਾਰਿਆਂ ਦੀ ਰਾਸ਼ੀ ਇੱਕੋ ਜਿਹੀ ਹੈ? ਸਾਰਿਆਂ ਨੂੰ ਇੱਕੋ ਜਿਹਾ ਸੁੱਖ ਦੁੱਖ ਮਿਲਦਾ ਨਹੀਂ। ਇਹ ਲੋਕਾਂ ਨੂੰ ਭੁਲੇਖੇ ਵਿੱਚ ਪਾਉਣ ਵਾਸਤੇ, ਲੁੱਟਣ ਵਾਸਤੇ ਰਾਸ਼ੀਆਂ ਦਾ ਸਹਾਰਾ ਲੈਂਦੇ ਨੇ, ਸਮਾਂ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤਨ ਪਰਮਾਤਮਾ ਦੇ ਨਾਮ ਦੀ ਸਮਝ ਨਹੀਂ ਪ੍ਰਾਪਤ ਕੀਤੀ, ਕੇਵਲ ਰਾਸ਼ੀਆਂ ਦੇ ਚੱਕਰ ਵਿੱਚ ਫਸੇ ਹੋਏ ਨੇ। ਆਪੈ ਤੈ ਸਭ ਰੱਖਿਓ ਨ ਕਿਛ ਕਹਿਣ ਨਾ ਜਾਈ। ਇਹ ਤੇ ਸਭ ਕੁਝ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ। ਆਪੇ ਦੇ ਸੋ ਪਾਈਐ ਗੁਰ ਬੂਝ 부ਝਾਈ। ਆਪ ਸਤਿਗੁਰੂ ਜੀ ਜਿਸ ਨੂੰ ਦਿੰਦੇ ਨੇ ਉਹੀ ਪ੍ਰਾਪਤ ਕਰਦਾ। ਸਤਿਗੁਰਾਂ ਨੇ ਸਮਝ ਦੇ ਦਿੱਤੀ, ਸਤਿਗੁਰਾਂ ਨੇ ਸਮਝਾ ਦਿੱਤਾ ਹੈ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ। ਇਹ ਜਿਤਨੇ ਵੀ ਜੀ ਜੰਤੂ ਨੇ 84 ਲੱਖ ਜੂਨਾਂ ਦੇ ਵਿੱਚ, ਸਾਰੇ ਉਸ ਮਾਲਕ ਨੇ ਪੈਦਾ ਕੀਤੇ ਨੇ। ਤੇ ਉਹ ਪੈਦਾ ਕਰਨ ਵਾਲਾ ਮਾਲਕ ਸਾਰਿਆਂ ਦੇ ਵਿੱਚ ਹੀ ਹੈ। ਹਰ ਜੋ ਸਾਈਂ ਜ਼ਾਹਰ ਵਸਦਾ, ਹਰ ਇੱਕ ਵਿੱਚ ਵਹਿ ਘਟ ਘਟ ਮੈਂ ਹਰ ਜੂ ਵਸੇ ਹੈ। ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ। ਸਾਰੇ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਤੇ ਪੈਦਾ ਕਰਕੇ ਸਾਰਿਆਂ ਦੇ ਵਿੱਚ ਆਪ ਵਰਤ ਰਿਹਾ ਹੈ। ਸਾਰਿਆਂ ਵਿੱਚ ਆਪ ਵਰਤ ਰਿਹਾ ਹੈ, ਸਾਰਿਆਂ ਵਿੱਚ ਆ ਵਸਿਆ ਹੋਇਆ ਹੈ। ਇਸ ਕਰਕੇ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਕਿਸ ਨੂੰ ਮੰਦਾ ਆਖੇਗਾ? ਕਿਉਂ ਮੰਦਾ ਆਖੇਗਾ? ਕਿਸ ਕਾਰਨ ਮੰਦਾ ਆਖੇਗਾ? ਮੰਦਾ ਤੇ ਤਾਂ ਆਖੀਏ ਨਾ ਜੇ ਉਹਦੇ ਤੋਂ ਬਿਨਾ ਕੋਈ ਦੂਸਰਾ ਹੋਵੇਗਾ। ਖਾਲਕ ਦੁਖੇ ਨੰਦ ਲਾਲ ਜੀ, ਖਾਲਕ ਕੋਪੇ ਤਾਹੇ, ਖਾਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੇ ਨਾਹੀਂ। ਭਾਈ ਨੰਦ ਲਾਲ ਜੀ ਕਹਿੰਦੇ ਨੇ ਖਲਕ ਦੁਖ ਹੈ ਨੰਦ ਲਾਲ ਜੀ। ਨੰਦ ਲਾਲ ਜੀ ਉਹ ਮਾਲਕ ਦੁਖੀ ਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਉਹ ਮਾਲਕ ਦੁਖੀ ਹੁੰਦਾ ਹੈ। ਕਦੋਂ ਦੁਖੀ ਹੁੰਦਾ ਹੈ? ਜਦੋਂ ਤੂੰ ਕਿਸੇ ਨੂੰ ਦੁਖਾਉਣਾ ਹੈ, ਜਦੋਂ ਤੂੰ ਕਿਸੇ ਦਾ ਦਿਲ ਦੁਖੀ ਕਰਦਾ ਹੈ। ਕਿਸੇ ਮਨੁੱਖ ਨੂੰ ਦੁਖੀ ਕਰੇਗਾ ਉਹ ਮਾਲਕ ਦੁਖੀ ਹੋ ਜਾਏਗਾ। ਇਸ ਲਈ ਭਗਤ ਜੀ ਕਹਿੰਦੇ ਫਰੇ ਬਾਬਾ ਫਰੀਦ ਜੀ, ਹਿਆਓ ਨਾ ਠਾਹੇ ਕਹੀਂ ਦਾ। ਕਿਸੇ ਦੇ ਹਿਰਦੇ ਨੂੰ ਨਾ ਦੁਖਾਉਣਾ ਕਰ, ਕਿਉਂਕਿ ਜਿਸ ਦੇ ਹਿਰਦੇ ਨੂੰ ਦਿਖਾਉਣਾ ਉਹਦੇ ਹਿਰਦੇ ਵਿੱਚ ਤੇ ਆਪ ਬੈਠਾ ਹੋਇਆ। ਇਸ ਲਈ ਸਾਹਿਬ ਕਹਿੰਦੇ ਨੇ ਮੰਦਾ ਕਿਸ ਨੂੰ ਆਖੀਏ। ਕਿਸ ਨੂੰ ਮੰਦਾ ਆਖੀਏ? ਉਹਦੇ ਤੋਂ ਬਿਨਾ ਕੋਈ ਹੈ ਹੀ ਨਹੀਂ ਹੈ। ਸਰਬੱਤ ਦਾ ਸਤਿਕਾਰ ਕਰਨਾ, ਸਰਬੱਤ ਦੇ ਨਾਲ ਪਿਆਰ ਕਰਨਾ, ਆਪਣੇ ਧਰਮ ਦੇ ਵਿੱਚ ਦ੍ਰਿੜ ਵਿਸ਼ਵਾਸ ਰੱਖਣਾ ਤੇ ਸੱਚੀ ਭਗਤੀ ਕਰਨੀ, ਇਕਾਗਰ ਚਿੱਤ ਬਾਣੀ ਪੜ੍ਹਨੀ, ਤਾਂ ਹੀ ਸਤਿਗੁਰੂ ਦੀਆਂ ਬਖਸ਼ਿਸ਼ਾਂ ਸਾਡੇ ਤੇ ਹੋਣਗੀਆਂ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਰੂਪ ਸੰਗਤ, ਦਿੱਲੀ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨਾਂ ਦਾ,